ਧੰਨ ਵਾਹਿਗੁਰੂ ਸਾਹਿਬ ਜੀ। ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾੜੈ ਖੇਤ। ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਇਕੇਲਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥਿਆ ਰਾਮ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਸਵਾਈਮਾਨ ਹੋਏ ਬੈਠੇ ਸਤਸੰਗੀ ਜਨੋ, ਅੱਜ ਸਾਹਿਬੇ ਕਮਾਲ ਸਰਵੰਸ ਦਾਨੀ ਅੰਮ੍ਰਿਤ ਕੇ ਦਾਤੇ, ਦੁਸ਼ਟ ਦਮਨ ਆਪੇ ਗੁਰ ਚੇਲਾ, ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਜੋਤੀ ਜੋਤ ਸਮਾਉਣ ਦਾ ਪਰਵ ਹੈ। ਆਪ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰਦਿਆਂ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਲਾਸਟ ਸ਼ਬਦ ਆਪ ਜੀਆਂ ਨੂੰ ਸਰਵਣ ਕਰਾ ਰਹੇ ਸਨ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥਿਆ ਰਾਮ। ਅੱਜ ਦੇ ਦਿਨ ਇਹਨਾਂ ਪਾਵਨ ਵਾਕਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਏ ਸਨ। ਆਓ ਉਹਨਾਂ ਦੇ ਜੋਤੀ ਜੋਤ ਪੁਰਬ 'ਤੇ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ। ਮਨੋਵਿਰਤੀਆਂ ਇਕਾਗਰ ਕਰੋ, ਪ੍ਰੇਮ ਸਹਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਬੁਲੰਦ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਫ਼ਰ ਪਟਨਾ ਸਾਹਿਬ ਤੋਂ ਆਰੰਭ ਹੁੰਦਾ ਹੈ ਅਤੇ ਹਜ਼ੂਰ ਸਾਹਿਬ 'ਤੇ ਜਾ ਕੇ 42 ਸਾਲਾਂ ਦਾ ਉਹ ਸਫ਼ਰ ਪੂਰਾ ਹੁੰਦਾ ਹੈ। ਓਨਲੀ 42 ਸਾਲਾਂ ਦੇ ਵਿੱਚ ਜਿਤਨੇ ਵੱਡੇ ਕਾਰਨਾਮੇ ਦਸਵੇਂ ਪਾਤਸ਼ਾਹ ਨੇ ਕੀਤੇ, ਉਹਨਾਂ ਦਾ ਕੋਈ ਸਾਨੀ ਨਹੀਂ ਹੈ ਦੁਨੀਆ ਦੇ ਅੰਦਰ। 42 ਸਾਲ ਕੋਈ ਬਹੁਤੀ ਉਮਰ ਨਹੀਂ ਹੁੰਦੀ। ਪਰ ਜੋ ਸਾਹਿਬਾਨ ਨੇ ਕੀਤਾ ਹੈ ਉਹ ਕਾਬਲੇ ਤਾਰੀਫ ਹੈ ਅਤੇ ਕਾਬਲੇ ਕਬੂਲ ਹੈ। 1666 ਦੇ ਅੰਦਰ ਪਟਨਾ ਸਾਹਿਬ ਦੀ ਧਰਤੀ 'ਤੇ ਮਾਤਾ ਗੁਜਰ ਕੌਰ ਜੀ, ਜਿਹਨੂੰ ਅਸੀਂ ਪਿਆਰ ਨਾਲ ਮਾਤਾ ਗੁਜਰੀ ਜੀ ਆਖਦੇ ਹਾਂ, ਉਹਨਾਂ ਦੀ ਕੁੱਖੋਂ ਗੁਰੂ ਤੇਗ ਬਹਾਦਰ 9ਵੇਂ ਗੁਰੂ ਨਾਨਕ ਦੇ ਗ੍ਰਹਿ ਵਿਖੇ ਆਪ ਜੀਆਂ ਨੇ ਪ੍ਰਕਾਸ਼ ਧਾਰਿਆ।
ਆਪ ਜੀ ਦੇ ਬਚਪਨ ਵਿੱਚ ਆਪ ਜੀ ਦੀ ਸੰਸਾਰ ਆਮਦ ਹੋਣ ਤੋਂ ਪਤਾ ਚੱਲਦਾ ਹੈ ਕਿ ਅਕਾਲ ਪੁਰਖ ਨੇ ਕਿਤਨੀ ਕੁ ਮਾਨਤਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੰਸਾਰ 'ਚ ਭੇਜਿਆ ਸੀ। ਜਦੋਂ ਕਿ ਪੰਜਾਬ ਦੀ ਧਰਤੀ 'ਤੇ ਇੱਕ ਪੀਰ ਅੱਜ ਸਜਦਾ ਕਰਦਾ ਹੈ, ਪਰ ਪਟਨਾ ਸਾਹਿਬ ਦੀ ਧਰਤੀ ਵੱਲ ਨੂੰ ਮੁੱਖ ਕਰਕੇ ਕਰਦਾ ਹੈ। ਉਹਦੇ ਚੇਲੇ ਪੁੱਛਦੇ ਨੇ, ਪੀਰ ਜੀ ਅੱਜ ਕੀ ਹੋਇਆ, ਭੁੱਲ ਗਏ ਸੀ ਕਿ ਰੋਜ਼ ਮੱਕੇ ਵੱਲ ਮੁੱਖ ਕਰਕੇ ਸਜਦਾ ਕਰਦੇ ਸੀ ਅਤੇ ਅੱਜ ਤੁਸੀਂ ਨਮਸਕਾਰ ਪਟਨੇ ਵੱਲ ਕੀਤੀ ਹੈ। ਅਤੇ ਉਸ ਵੇਲੇ ਆਖਿਆ ਸੀ, ਅੱਜ ਅੱਲਾ ਦਾ ਨੂਰ ਪਟਨੇ ਦੇ ਵਿੱਚ ਪ੍ਰਕਾਸ਼ਮਾਨ ਹੋਇਆ, ਇਸ ਕਰਕੇ ਮੈਂ ਤਾਂ ਸਜਦਾ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਪਨ ਦੇ ਵਿੱਚ ਗੁਰਬਾਣੀ ਦਾ ਪਾਠ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਮਹਾਰਾਜ ਨੇ ਸਿੱਖੀਆਂ। 6 ਸਾਲ ਤੱਕ ਲਗਭਗ ਪਟਨਾ ਸਾਹਿਬ ਦੀ ਧਰਤੀ 'ਤੇ ਰਹੇ ਅਤੇ ਜਨਮ ਤੋਂ 4 ਸਾਲ ਬਾਅਦ ਆਪਣੇ ਪਿਤਾ ਦੇ ਦਰਸ਼ਨ ਕੀਤੇ ਅਤੇ ਪਿਤਾ ਨੇ ਆਪਣੇ ਪੁੱਤਰ ਦੇ ਦਰਸ਼ਨ ਕੀਤੇ। ਦੇਖੋ, ਗੁਰਸਿੱਖੀ ਜਿਹੜੀ ਹੈ ਉਹ ਹਰ ਰੋਜ਼ ਦੀ ਮਰਰਾ ਦੀ ਪ੍ਰੈਕਟੀਕਲ ਜ਼ਿੰਦਗੀ ਹੈ। ਸਾਨੂੰ ਗ੍ਰਸਤ ਵਿੱਚ, ਪਰਿਵਾਰ ਵਿੱਚ, ਸੰਸਾਰ ਦੇ ਵਿੱਚ ਕਿਵੇਂ ਰਹਿਣਾ, ਇਹ ਗੁਰੂ ਸਾਹਿਬ ਜੀ ਨੇ ਸਾਨੂੰ ਜੀਵ ਕੇ ਦਿਖਾਇਆ ਕਿ ਕਿੱਦਾਂ ਸੰਸਾਰ 'ਚ ਰਹਿਣਾ। ਔਰ ਇੱਕ ਬਹੁਤ ਲੰਬੇ ਸਮੇਂ ਤੋਂ ਬਾਅਦ ਗੁਰੂ ਤੇਗ ਬਹਾਦਰ ਦੇ ਮਹਾਰਾਜ ਦੇ ਘਰ ਵਿੱਚ ਸੰਤਾਨ ਹੋਈ ਸੀ, ਪਰ ਆਪਣੇ ਪੁੱਤਰਾਂ ਦੇ ਦਰਸ਼ਨ ਨਾਲੋਂ, ਪੁੱਤਰ ਦੇ ਮਿਲਾਪ ਨਾਲੋਂ ਜਿਹੜਾ ਕੰਮ ਸਤਿਗੁਰ ਕਰ ਰਹੇ ਸਨ ਉਹਨੂੰ ਬਹੁਤੀ ਮਾਨਤਾ ਦਿੱਤੀ, ਕਿਉਂਕਿ ਉਹ ਮਿਲਾਪ ਪ੍ਰਭੂ ਦੇ ਮਿਲਾਪ ਦੀ ਗੱਲ ਸੀ। ਲੋਕਾਂ ਨੂੰ ਪ੍ਰਭੂ ਨਾਲ ਮਿਲਾ ਰਹੇ ਸਨ, ਉਸ ਮਿਲਾਪ ਨੂੰ ਮਹਾਰਾਜ ਨੇ ਤਰਜੀਹ ਦਿੱਤੀ। ਆਪਣੇ ਪੁੱਤਰ ਅਤੇ ਪਰਿਵਾਰ ਦੇ ਮਿਲਾਪ ਨੂੰ ਇਤਨੀ ਤਰਜੀਹ ਸਤਿਗੁਰ ਨੇ ਨਹੀਂ ਦਿੱਤੀ। ਇਹ ਸਾਨੂੰ ਸਿੱਖਣਾ ਪੈਣਾ। ਜਦੋਂ ਆਪਾਂ ਕਹਿੰਦੇ ਵੀ ਜੀਵਨ 'ਚ ਕਿਵੇਂ ਉਪਰਾਮ ਰਹਿਣਾ, ਇਹ ਸਤਿਗੁਰ ਜੀ ਦਾ ਜੀਵਨ ਸਾਨੂੰ ਸਿਖਾ ਰਿਹਾ ਹੈ। ਕਿਉਂਕਿ ਜਿਹੜਾ ਮਿਸ਼ਨ ਗੁਰੂ ਨਾਨਕ ਪਾਤਸ਼ਾਹ ਜੀ ਲੈ ਕੇ ਤੁਰੇ ਸਨ, ਗੁਰੂ ਤੇਗ ਬਹਾਦਰ ਮਹਾਰਾਜ ਉਸੇ ਹੀ ਮਿਸ਼ਨ ਨੂੰ ਅੱਗੇ ਤੋੜਦੇ ਹੋਏ, ਅਤੇ ਇਸ ਤਰ੍ਹਾਂ ਕਲਮਾਂ ਜਿਹੜਾ ਬੂਟਾ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ 'ਚ ਲਾਇਆ ਸੀ, ਉਸ ਇਲਾਕੇ ਦੇ ਵਿੱਚ ਉਸ ਬੂਟੇ ਨੂੰ 9ਵੇਂ ਜਾਮੇ ਨੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਾਣੀ ਪਾਇਆ ਤਾਂ ਕਿ ਉਹ ਹਰਾ ਭਰਾ ਰਹੇ। ਕਿਉਂਕਿ ਕੋਈ ਵੀ ਤੁਸੀਂ ਬੂਟਾ ਲਾਉਂਦੇ ਹੋ, ਉਹਦੀ ਦੇਖਭਾਲ ਕਰਨੀ ਪੈਂਦੀ ਹੈ, ਸੰਭਾਲ ਕਰਨੀ ਪੈਂਦੀ, ਨਹੀਂ ਤਾਂ ਸੁੱਕ ਜਾਂਦਾ ਹੈ, ਮੁਰਝਾ ਜਾਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੇ ਸਿੱਖੀ ਦੇ ਬੂਟੇ ਦੀ ਸੰਭਾਲ ਕੀਤੀ ਔਰ 4 ਸਾਲ ਬਾਅਦ ਆ ਕੇ ਪੁੱਤਰ ਦੇ ਦਰਸ਼ਨ ਕੀਤੇ। ਔਰ ਕੁਝ ਸਮਾਂ ਰੁਕ ਕੇ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਸਨ। ਮਹਾਰਾਜ ਵਾਪਸ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ। ਜਦੋਂ 6 ਸਾਲ ਦੀ ਉਮਰ ਹੁੰਦੀ ਹੈ, ਆਪ ਜੀ ਪਟਨਾ ਸਾਹਿਬ ਤੋਂ ਤੁਰਦੇ ਨੇ। ਬਾਲ ਗੋਬਿੰਦ ਰਾਏ ਜੀ, ਕਿਉਂਕਿ ਬਚਪਨ ਦੇ ਵਿੱਚ ਨਾਮ ਗੋਬਿੰਦ ਰਾਏ ਰੱਖਿਆ ਸੀ, ਅਨੰਦਪੁਰ ਸਾਹਿਬ ਆਉਂਦੇ ਨੇ। ਇਸ ਦਾ ਨਾਮ ਸੀ, ਪਹਿਲਾਂ ਮਾਖੋਵਾਲ ਸੀ, ਫਿਰ ਨਾਨਕੀ ਚੱਕ। ਜਿਹੜਾ ਅਨੰਦਪੁਰ ਸਾਹਿਬ ਹੈ ਨਾ, ਇਸ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਸਾਇਆ ਸੀ ਅਤੇ ਇਹ ਜ਼ਮੀਨ ਦੀ ਜਿਹੜੀ ਰਜਿਸਟਰੀ ਹੁੰਦੀ ਹੈ ਉਹ ਮਾਤਾ ਨਾਨਕੀ ਜੀ ਦੇ ਨਾਮ 'ਤੇ ਹੋਈ ਸੀ। ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦੀ ਜੀ ਸਨ, ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ ਜੀ ਸਨ, ਹਰਗੋਬਿੰਦ ਪਿਤਾ ਮਹਾਰਾਜ ਦੇ ਮਹਿਲ ਸਨ। ਇਸ ਕਰਕੇ ਇਸ ਦਾ ਨਾਮ ਸੀ ਚੱਕ ਨਾਨਕੀ, ਜਿਹੜੀ ਅਨੰਦਪੁਰ ਸਾਹਿਬ ਦੀ ਧਰਤੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੇ ਹਰ ਪੱਖੋਂ ਇਸ ਨਗਰ ਨੂੰ ਸੋਹਣਾ ਉਸਾਰਿਆ, ਕਿਰਤੀ ਲੋਕਾਂ ਨੂੰ ਆ ਕੇ ਇੱਥੇ ਵਸਾਇਆ, ਲੋਕਾਂ ਨੂੰ ਘਰ ਬਣਾ ਕੇ ਦਿੱਤੇ, ਨਾਲ ਇੱਥੇ ਰਹਿਣ ਵਾਸਤੇ ਪ੍ਰੇਰਨਾ ਕੀਤੀ। ਬਹੁਤ ਸਾਰੇ ਸਿੱਖ ਇਸ ਨਗਰ ਵਿੱਚ ਆ ਕੇ ਵਸੇ। ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵਾਪਸ ਆਉਂਦਾ ਹੈ ਪਟਨਾ ਸਾਹਿਬ ਤੋਂ ਸਫ਼ਰ ਕਰਕੇ ਅਨੰਦਪੁਰ ਸਾਹਿਬ ਤੱਕ, ਇੱਥੇ ਜਦੋਂ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ, ਬਾਲ ਗੋਬਿੰਦ ਰਾਏ ਜੀ ਮੱਥਾ ਟੇਕਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ। ਗੁਰੂ ਤੇਗ ਬਹਾਦਰ ਮਹਾਰਾਜ ਗਲਵਕੜੀ ਵਿੱਚ ਲੈ ਕੇ ਇੱਕ ਗੱਲ ਪੁੱਛਦੇ ਨੇ, ਇੱਥੇ ਆ ਕੇ ਕਿਵੇਂ ਲੱਗਿਆ?
ਜਿਵੇਂ ਅਸੀਂ ਬਾਹਰੋਂ ਆਈਏ, ਜਦ ਸਾਡਾ ਬੱਚਾ ਬਾਹਰੋਂ ਆਵੇ ਅਸੀਂ ਪੁੱਛਦੇ ਹਾਂ ਵੀ ਤੂੰ ਬਾਹਰ ਰਹਿੰਦਾ ਸੀ ਅਤੇ ਇੱਥੇ ਦਾ ਮਾਹੌਲ ਕਿੱਦਾਂ ਦਾ, ਉੱਥੇ ਦਾ ਮਾਹੌਲ ਕਿਵੇਂ ਦਾ ਸੀ। ਅਤੇ ਉੱਥੇ ਇੱਕ ਹੋਰ ਗੱਲ ਆਖੀ ਮਹਾਰਾਜ ਨੇ ਕਿ ਹੁਣ ਤੱਕ ਆਪਣੇ ਜੀਵਨ 'ਚ ਕੀ ਸਿੱਖਿਆ, ਗੁਰੂ ਦੀ ਪ੍ਰਾਪਤੀ ਤੋਂ ਕਿਵੇਂ ਲੱਗਿਆ। ਅਤੇ ਉੱਥੇ ਬਚਨ ਸੀ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਵੀ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਗਈ। ਅਤੇ ਕਿਉਂਕਿ ਪਿਤਾ ਆਪਣੀ ਥਾਂ 'ਤੇ ਹੈ, ਪਰ ਗੁਰੂ ਸਾਹਿਬਾਨ ਜੀ ਨੇ, ਬਾਲ ਗੋਬਿੰਦ ਰਾਏ ਨੇ ਪਿਤਾ ਨੂੰ ਪਿਤਾ ਦਾ ਦਰਜਾ ਨਹੀਂ ਸਤਿਗੁਰੂ ਦਾ ਦਰਜਾ ਦਿੱਤਾ। ਵੈਸੇ ਤਾਂ ਗੁਰਬਾਣੀ ਕਹਿੰਦੀ ਕਿ ਮਾਤਾ ਪਿਤਾ ਨੂੰ ਰੱਬ ਦਾ ਦਰਜਾ ਵੀ ਦੇਣਾ ਚਾਹੀਦਾ, ਗੁਰੂ ਅਤੇ ਰੱਬ ਦਾ ਦਰਜਾ ਮਾਤਾ ਪਿਤਾ, ਕਿਉਂਕਿ ਪਹਿਲਾ ਗੁਰੂ ਹਰ ਇੱਕ ਬੱਚੇ ਦਾ ਮਾਂ ਪਿਓ ਹੀ ਹੁੰਦੇ ਨੇ। ਤੁਰਨਾ ਮਾਂ ਪਿਓ ਸਿਖਾਉਂਦੇ ਨੇ, ਬੋਲਣਾ ਮਾਂ ਪਿਓ ਸਿਖਾਉਂਦੇ ਨੇ, ਉੱਠਣਾ ਬੈਠਣਾ ਮਾਂ ਪਿਓ ਸਿਖਾਉਂਦੇ ਨੇ। ਜਿੱਥੇ ਕਿ ਮਾਤਾ ਪਿਤਾ ਪਹਿਲੇ ਰੱਬ ਰੂਪ ਦੇ ਵਿੱਚ ਨੇ, ਕਿਉਂਕਿ ਹਰ ਜੀਉ ਮਾਤਾ ਹਰ ਜੀਉ ਪਿਤਾ, ਹਰ ਜੀ ਮਾਤਾ ਨੇ ਔਰ ਹਰੀ ਪਰਮਾਤਮਾ ਹੀ ਪਿਤਾ ਨੇ। ਅਤੇ ਮਾਤਾ ਪਿਤਾ ਦੇ ਰੂਪ ਦੇ ਵਿੱਚ ਉਹ ਹਰੀ ਪਰਮਾਤਮਾ ਹੈ। ਅਤੇ ਆਖਿਆ ਵੀ ਮਹਾਰਾਜ ਤੁਹਾਡੇ ਦਰਸ਼ਨ ਹੋਏ ਅਤੇ ਤੁਹਾਡੇ ਦਰਸ਼ਨ ਕਰਕੇ ਨਾ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ। ਅਤੇ ਇਸ ਨਗਰ ਦਾ ਨਾਮ ਉਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਰੱਖਿਆ ਗਿਆ। ਪਹਿਲਾ ਨਾਮ ਮਾਖੋਵਾਲ ਸੀ, ਉਸ ਤੋਂ ਬਾਅਦ ਜਦੋਂ ਰਜਿਸਟਰੀ ਹੋਈ ਅਤੇ ਚੱਕ ਨਾਨਕੀ ਦੇ ਨਾਮ 'ਤੇ ਹੋਈ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ 6 ਸਾਲਾਂ ਦੇ ਹੋ ਗਏ, ਅਨੰਦਪੁਰ ਸਾਹਿਬ ਵਾਪਸ ਆਉਂਦੇ ਨੇ, ਤਾਂ ਇਸ ਨਗਰ ਦਾ ਨਾਮ ਅਨੰਦਪੁਰ ਸਾਹਿਬ ਰੱਖਿਆ ਜਾਂਦਾ ਹੈ। ਇੱਥੇ 3 ਸਾਲ ਦੇ ਕਰੀਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਰਬੀ, ਫਾਰਸੀ, ਸੰਸਕ੍ਰਿਤ, ਪੰਜਾਬੀ, ਗੁਰਮੁਖੀ ਅਤੇ ਹੋਰ ਭਾਸ਼ਾਵਾਂ ਦਾ ਇਲਮ ਜਿਹੜਾ ਸੀ, ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਉਹ ਸੀ ਜਿੱਥੇ ਅਰਬੀ ਫਾਰਸੀ ਦਾ ਮਦਰਸਾ ਸੀ, ਸੰਸਕ੍ਰਿਤ ਦੀ ਪਾਠਸ਼ਾਲਾ ਸੀ, ਗੁਰਮੁਖੀ ਦੀ ਪਾਠਸ਼ਾਲਾ ਸੀ, ਕਿਉਂਕਿ ਹਰ ਇੱਕ ਭਾਸ਼ਾ ਇੱਥੇ ਸਿਖਾਈ ਜਾਂਦੀ ਸੀ। ਉਸ ਵੇਲੇ ਤੱਕ ਲੋਕ ਦੂਰੋਂ ਦੂਰੋਂ ਪੜ੍ਹਨ ਵਾਸਤੇ ਵੀ ਅਨੰਦਪੁਰ ਸਾਹਿਬ ਆਇਆ ਕਰਦੇ ਸਨ, ਵੀ ਬੱਚੇ ਨੂੰ ਪੜ੍ਹਾਉਣਾ ਅਤੇ ਅਨੰਦਪੁਰ ਸਾਹਿਬ ਭੇਜ ਦਿਓ, ਕਿਉਂਕਿ ਇੱਥੇ ਸਾਰੀਆਂ ਭਾਸ਼ਾਵਾਂ ਪੜ੍ਹੀਆਂ ਜਾਂਦੀਆਂ। ਇਹ ਵੀ ਵੱਡੀ ਗੱਲ ਹੁੰਦੀ ਹੈ ਵੀ ਕਿਸੇ ਸਕੂਲ 'ਚ ਕਈ ਭਾਸ਼ਾਵਾਂ ਹੋਣ। ਉੱਥੇ ਮਹਾਰਾਜ ਜੀ ਨੇ 3 ਸਾਲ ਰਹਿ ਕੇ ਜਿੱਥੇ ਗੁਰੂ ਪਿਤਾ ਦੇ ਨਾਲ ਵਿਚਰੇ, ਉੱਥੇ ਨਾਲ ਨਾਲ ਜੀਵਨ ਦੇ ਵਿੱਚੋਂ ਸਾਰੀਆਂ ਦੁਨਿਆਵੀ ਜੋ ਲੈਂਗੁਏਜਾਂ ਨੇ, ਭਾਸ਼ਾਵਾਂ ਨੇ, ਉਹਨਾਂ ਦਾ ਅਧਿਐਨ ਕੀਤਾ। 9 ਸਾਲਾਂ ਦੇ ਹੋਏ ਨੇ। ਉਸ ਦੌਰਾਨ ਹੀ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਲਗਭਗ 500 ਬ੍ਰਾਹਮਣਾਂ ਦਾ, ਪੰਡਤਾਂ ਦਾ ਜੱਥਾ ਜੰਮੂ ਕਸ਼ਮੀਰ ਤੋਂ ਤੁਰ ਕੇ ਅਨੰਦਪੁਰ ਸਾਹਿਬ ਆ ਜਾਂਦਾ ਹੈ। ਵੈਸੇ ਤੁਹਾਡੇ ਗਿਆਤ ਲਈ ਇਹ ਬੇਨਤੀ ਕਰ ਦੇਵਾਂ, ਪੰਡਿਤ ਕਿਰਪਾ ਰਾਮ ਇੱਥੇ ਸੰਸਕ੍ਰਿਤ ਦੀ ਪਾਠਸ਼ਾਲਾ ਦਾ ਮੁਖੀ ਸੀ, ਜਿਸ ਦੀ ਅਗਵਾਈ ਵਿੱਚ ਇਹ 500 ਬ੍ਰਾਹਮਣ ਆਏ ਸਨ। ਅਤੇ ਪੰਡਿਤ ਕਿਰਪਾ ਰਾਮ ਸੀ, ਇਸ ਜਿਹੜੀ ਸੰਸਕ੍ਰਿਤ ਦੀ ਪਾਠਸ਼ਾਲਾ ਸੀ ਉਸਦਾ ਮੁਖੀ ਸੀ ਪੰਡਿਤ ਕਿਰਪਾ ਰਾਮ। ਇਸ ਕਰਕੇ ਇਹਨੇ ਦੱਸਿਆ ਸੀ ਵੀ ਜੇ ਅੱਜ ਸਾਡੀ ਕੋਈ ਬਾਂਹ ਫੜ ਸਕਦਾ ਹੈ ਅਤੇ ਉਹ ਗੁਰੂ ਤੇਗ ਬਹਾਦਰ ਨੇ, ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ। ਵੈਸੇ ਬ੍ਰਾਹਮਣਾਂ ਨੇ ਆਪਣੇ ਵੱਲੋਂ ਸਾਰੇ ਪਾਸੇ ਜਾ ਕੇ ਵੇਖ ਲਿਆ ਸੀ, ਹਰ ਇੱਕ ਥਾਂ 'ਤੇ ਉਹ ਜਿਤਨੇ ਵੀ ਧਾਰਮਿਕ ਮੰਦਰ ਸਨ ਉੱਥੇ ਵੀ ਗਏ, ਹਰ ਇੱਕ ਥਾਂ ਦੀ ਯਾਤਰਾਵਾਂ ਕੀਤੀਆਂ, ਪਹਾੜੀ ਰਾਜਿਆਂ ਕੋਲ ਵੀ ਗਏ, ਪਰ ਕਿਸੇ ਨੇ ਉਹਨਾਂ ਦੀ ਸਾਰ ਨਾ ਲਈ। ਆਪਣੇ ਵੱਲੋਂ ਉਹਨਾਂ ਨੇ ਬੇਨਤੀਆਂ ਕੀਤੀਆਂ, ਰਾਜਿਆਂ ਨੂੰ ਆਖਿਆ ਤੁਸੀਂ ਵੀ ਤਾਂ ਹਿੰਦੂ ਹੋ ਅਤੇ ਅੱਜ ਹਿੰਦੂਆਂ ਨੂੰ ਖਤਰਾ ਹੈ, ਜਨੇਊ ਨੂੰ ਖਤਰਾ ਪਿਆ ਹੈ, ਅੱਜ ਸਾਡੀ ਬੋਧੀ ਨਹੀਂ ਬਚਣੀ, ਸਾਡਾ ਤਿਲਕ ਨਹੀਂ ਬਚਣਾ, ਅਤੇ ਤੁਸੀਂ ਕੁਛ ਕਰੋ। ਇਹ ਸਾਰੇ ਹੱਥ ਖੜੇ ਕਰ ਗਏ ਜਿਹੜੇ 22 ਧਾਰ ਦੇ ਰਾਜੇ ਸਨ। ਕਹਿੰਦੇ ਪੰਡਤ ਜੀ ਤੁਸੀਂ ਇਹ ਫਰਿਆਦ ਕਿਤੇ ਹੋਰ ਲੈ ਕੇ ਜਾਓ, ਸਾਨੂੰ ਹੋਰ ਮਰਵਾਓਗੇ ਤੁਸੀਂ। ਇਹਨਾਂ ਲੋਕਾਂ ਨੇ ਇਹ ਆਖਿਆ ਸੀ। ਫਿਰ ਪੰਡਿਤ ਕਿਰਪਾ ਰਾਮ ਨੇ ਆਖਿਆ ਸੀ ਜੇ ਸਾਡੀ ਫਰਿਆਦ ਸੁਣੀ ਜਾ ਸਕਦੀ ਤਾਂ ਉਹ ਗੁਰੂ ਨਾਨਕ ਦਾ ਘਰ ਹੈ, ਚਲੋ ਆਪਾਂ ਚੱਲੀਏ ਗੁਰੂ ਤੇਗ ਬਹਾਦਰ ਮਹਾਰਾਜ ਕੋਲ। ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਆਏ। 9 ਸਾਲ ਦੀ ਉਮਰ ਸੀ। ਇਹ ਸਾਰੇ ਬੜੇ ਚਿੰਤਾ ਤੁਰ ਬੈਠੇ ਹੋਏ ਸਨ। ਚਿੰਤਾ ਹੋਵੇ ਵੀ ਕਿਉਂ ਨਾ, ਕਿਉਂਕਿ ਧਰਮ 'ਤੇ ਬਣਿਆ ਹੀ ਸੀ, ਧਰਮ ਜਾ ਰਿਹਾ ਸੀ। ਬਾਲ ਗੋਬਿੰਦ ਰਾਜ ਨੇ ਪੁੱਛਿਆ ਗੁਰੂ ਤੇਗ ਬਹਾਦਰ ਮਹਾਰਾਜ ਕੀ ਗੱਲ, ਇਹ ਸਾਰੇ ਚਿੰਤਾ ਵਿੱਚ ਬੈਠੇ ਹਨ। ਅਤੇ ਗੁਰੂ ਪਿਤਾ ਜੀ ਨੇ ਸਾਰੀ ਡਿਟੇਲ ਦੱਸੀ ਕਿ ਇਹਨਾਂ ਦੀ ਰੋਜ਼ ਜਨੇਊ ਉਤਾਰੀ ਜਾਂਦੀ ਹੈ, ਰੋਜ਼ ਤਿਲਕ ਮਿਟਦਾ ਹੈ ਅਤੇ ਇਹਨਾਂ ਦੀ ਬੋਧੀ ਕੱਟੀ ਜਾਂਦੀ ਹੈ, ਇਹਨਾਂ ਦੇ ਧਰਮ ਨੂੰ ਖਤਰਾ ਹੈ। ਇਸ ਕਰਕੇ ਇਹ ਸਾਰੀਆਂ ਥਾਵਾਂ 'ਤੇ ਜਾ ਕੇ ਆਏ ਕਿ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ, ਇਸ ਕਰਕੇ ਇਹ ਵਿਚਾਰੇ ਦੁਖੀ ਹਨ।
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹਨਾਂ ਦੀ ਸਾਰ ਕੌਣ ਲੈ ਸਕਦਾ ਤੇ ਸੰਭਾਲ ਕੌਣ ਕਰ ਸਕਦਾ। ਤੇ ਪਿਆਰ ਵਾਲਿਓ, ਸੱਚ ਜਾਣਨਾ, ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ ਕੋਈ ਮਹਾਂਪੁਰਸ਼ ਹੋਵੇ ਤੇ ਇਹਨਾਂ ਦੀ ਬਾਂਹ ਫੜੇ ਤੇ ਇਹਨਾਂ ਦਾ ਧਰਮ ਬਚ ਸਕਦਾ। ਕੋਈ ਮਹਾਂਪੁਰਸ਼ ਹੋਵੇ, ਇਹਨਾਂ ਦੀ ਬਾਂਹ ਫੜੇ ਤੇ ਇਹਨਾਂ ਦਾ ਧਰਮ ਬਚ ਸਕਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ 9 ਸਾਲ ਦੀ ਉਮਰ 'ਚ ਕਹਿੰਦੇ ਨੇ, ਮਹਾਰਾਜ ਤੁਹਾਡੇ ਵਰਗਾ ਕਿਹੜਾ ਮਹਾਂਪੁਰਸ਼ ਹੋਏਗਾ। ਇੱਕ ਵਾਰ ਉਚਾਰਨ ਕਰੋ, ਸਤਿਨਾਮ। ਜੇ ਧਰਮ ਖਤਰੇ ਵਿੱਚ ਹੈ ਤਾਂ ਤੁਸੀਂ ਜਾ ਕੇ ਕੁਰਬਾਨੀ ਦੇ ਦਿਓ। ਮਹਾਰਾਜ ਨੇ ਮਾਤਾ ਗੁਜਰ ਕੌਰ ਨੂੰ ਤੇ ਬਾਲ ਗੋਬਿੰਦ ਰਾਏ ਨੂੰ ਆਖਿਆ ਵੀ ਵੱਡੀ ਗੱਲ ਤਾਂ ਕੀਤੀ ਹੈ, ਪਰ ਸੋਚ ਲਈ ਕਿ ਸਾਡੀ ਸ਼ਹਾਦਤ ਤੋਂ ਬਾਅਦ ਲੋਕਾਂ ਨੇ ਤੈਨੂੰ ਅਨਾਥ ਕਹਿਣਾ, ਪਿਤਾ ਦਾ ਸਾਇਆ ਸਿਰ 'ਤੇ ਚਲੇ ਜਾਣਾ। ਔਰ ਮਾਤਾ ਗੁਜਰ ਕੌਰ ਨੂੰ ਸਮਝਾਇਆ ਕਿ ਕੱਲ੍ਹ ਜਦੋਂ ਅਸੀਂ ਚਲੇ ਜਾਵਾਂਗੇ ਲੋਕਾਂ ਨੇ ਕਹਿਣਾ ਕਿ ਇਹ ਵਿਧਵਾ ਹੋ ਗਈ ਹੈ। ਇਹ ਬਚਨ ਸਹਿ ਲਵਾਂਗੇ, ਇਹ ਲੈਵਲ ਜਿਹੜਾ ਲੱਗੇਗਾ ਕੱਲ੍ਹ ਨੂੰ। ਅਤੇ ਦੇਖੋ ਕਮਾਲ ਦੀ ਗੱਲ, ਗੁਰੂ ਘਰ ਦੇ ਅੰਦਰ ਜਿਹੜਾ ਬੈਠਦਾ ਹੈ, ਗੁਰੂ ਸਾਹਿਬ ਜੀ ਦੇ ਘਰ ਦੀ ਵਿਚਾਰਧਾਰਾ ਨੂੰ ਜਿਹੜਾ ਸੁਣਦਾ ਹੈ, ਉਹਦੇ ਅੰਦਰ ਰੱਬੀ ਖੇਡ ਕਿੰਨੀ ਵਰਤਦੀ ਹੈ। ਮਾਤਾ ਗੁਜਰ ਕੌਰ ਜੀ ਕਹਿੰਦੇ, ਮੇਰੇ ਸਿਰ ਦੇ ਸਾਈਂ, ਜੇ ਮੇਰਾ ਕੱਲਾ ਸੰਦੂਰ ਮਿਲਦਾ ਹੈ, ਭਾਵੇਂ ਮਾਤਾ ਜੀ ਸੰਦੂਰ ਨਹੀਂ ਲਗਾਉਂਦੇ ਸਨ, ਅਤੇ ਇਸ ਹਿੰਦੁਸਤਾਨ ਦੀਆਂ ਲੱਖਾਂ ਇਸਤਰੀਆਂ ਦਾ ਸੰਦੂਰ ਜੇ ਬਚਦਾ ਹੈ ਤੇ ਮੈਂ ਆਪਣਾ ਆਪ ਮਿਟਾਉਣ ਵਾਸਤੇ ਤਿਆਰ ਹਾਂ। ਇੱਕ ਛੋਟੀ ਕੁਰਬਾਨੀ ਨਹੀਂ ਸੀ। ਮਾਤਾ ਗੁਜਰ ਕੌਰ ਜੀ ਨੇ ਆਖਿਆ ਵੀ ਜੇ ਮੇਰਾ ਸੁਆਗ ਬਿੜਦਾ ਤੇ ਬੇਅੰਤ ਮੇਰੀਆਂ ਭੈਣਾਂ ਦਾ, ਬੱਚੀਆਂ ਦਾ ਸੁਆਗ ਬਚਦਾ ਤੇ ਮੈਂ ਆਪਣਾ ਸੁਆਗ ਉਜਾੜ ਪਾਉਣ ਵਾਸਤੇ ਤਿਆਰ ਹਾਂ। ਅਤੇ ਬਾਲ ਗੋਬਿੰਦ ਰਾਏ ਨੇ ਆਖਿਆ ਸੀ, ਜੇ ਮੇਰੇ ਪਿਤਾ ਬਲਿਦਾਨ ਦੇਣ ਤੇ ਮੈਂ ਅਨਾਥ ਹੋਵਾਂ, ਪਰ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ, ਤੇ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਹਿੰਮਤ ਚਾਹੀਦੀ ਹੈ ਗੱਲ ਕਹਿਣ ਨੂੰ, ਹੌਸਲਾ ਚਾਹੀਦਾ। ਉੱਥੇ ਫਿਰ 9 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ 'ਚ ਸ਼ਹਾਦਤ ਦਿੰਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ 9 ਸਾਲ ਦੀ ਉਮਰ ਵਿੱਚ ਗੁਰਗੱਦੀ 'ਤੇ ਬਹਿੰਦੇ ਨੇ। 9 ਸਾਲ ਦੀ ਉਮਰ ਦੇ ਵਿੱਚ ਜਿਹੜੇ ਗੁਰੂ ਸਾਹਿਬ ਜੀ ਨੇ ਕੰਮ ਕੀਤੇ ਉਹ ਆਪਾਂ ਸੋਚ ਵੀ ਨਹੀਂ ਸਕਦੇ, ਸਾਡੀ ਸੁਰਤ ਤੋਂ ਪਰੇ ਦੀਆਂ ਗੱਲਾਂ ਨੇ। 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਦਿੱਲੀ ਤੋਂ ਜਾਂਦਾ ਹੈ, ਸੀਸ ਨੂੰ ਆਪਣੇ ਹੱਥਾਂ ਵਿੱਚ ਲਿਆ, ਆਪਣੇ ਹੱਥਾਂ ਨਾਲ ਗੁਰਦੁਆਰਾ ਸੀਸਗੰਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹਾਜ਼ਰ ਹੈ, ਉੱਥੇ ਨਾਲ ਖੂਹ ਹੈ, ਉੱਥੇ ਗੁਰੂ ਸਾਹਿਬ ਜੀ ਨੇ ਸੰਸਕਾਰ ਕੀਤਾ ਆਪਣੇ ਪਿਤਾ ਜੀ ਦਾ। ਧੜ ਦਾ ਸੰਸਕਾਰ ਰਕਾਬਗੰਜ ਸਾਹਿਬ ਦੀ ਧਰਤੀ ਦਿੱਲੀ ਹੋਇਆ, ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਸੀਸਗੰਜ ਸਾਹਿਬ। ਗੁਰੂ ਸਾਹਿਬ ਜੀ ਦੇ 2 ਸੀਸਗੰਜ ਨੇ, ਇੱਕ ਚਾਂਦਨੀ ਚੌਕ ਜਿੱਥੇ ਸੀਸ ਜੁਦਾ ਹੋਇਆ ਸੀ, ਉਹ ਸੀਸਗੰਜ ਚਾਂਦਨੀ ਚੌਕ ਵਾਲਾ, ਜਿੱਥੇ ਸੀਸ ਦਾ ਸੰਸਕਾਰ ਹੋਇਆ ਉਸ ਦਾ ਨਾਮ ਵੀ ਸੀਸਗੰਜ ਹੀ ਹੈ। ਉਹ ਹੈ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਜਦੋਂ ਕਦੀ ਦਰਸ਼ਨ ਕਰਨ ਜਾਓ ਤੇ ਮਾਰਕੀਟ 'ਤੇ ਥੱਲੇ ਉਤਰ ਕੇ ਗੁਰਦੁਆਰਾ ਮਹਾਰਾਜ ਜੀ ਦਾ, ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ, ਉੱਥੇ ਆਪਣੇ ਹੱਥੀਂ ਸੰਸਕਾਰ ਕੀਤਾ ਔਰ ਖਾਲਸੇ ਨੂੰ ਨਈ ਰੂਪ ਰੇਖਾ ਦੇਣ ਵਾਸਤੇ ਪ੍ਰਣ ਕੀਤਾ। ਗੁਰੂ ਸਾਹਿਬ ਜੀ ਨੇ ਤਿਆਰੀਆਂ ਕੀਤੀਆਂ ਕਿ ਮਨੁੱਖਤਾ ਦੀ ਖਾਤਰ ਸਾਨੂੰ ਸਾਰਿਆਂ ਨੂੰ ਤਿਆਰ ਹੋਣਾ ਪਏਗਾ, ਆਪਣੇ ਫਰਜ਼ਾਂ ਨੂੰ ਸਮਝਣਾ ਪਏਗਾ। ਹਰ ਪੱਖ ਤੋਂ ਸਿੱਖ ਦੇ ਬਾਰ-ਬਾਰ ਉਹਨਾਂ ਦੇ ਇਮਤਿਹਾਨ ਲੈਣੇ, ਸਿੱਖ ਨੂੰ ਤਿਆਰ ਕਰਨਾ। ਉਹਨਾਂ ਦੇ ਜੀਵਨ ਵਿੱਚ ਜਿੱਥੇ ਕਿ ਉਹ ਬਾਣੀ ਪੜ੍ਹਦੇ ਸਨ ਔਰ ਜੀਵਨ ਵਿੱਚ ਕੁਝ ਅਜੇ ਕਮੀਆਂ ਸਨ, ਮੇਰੇ ਸਤਿਗੁਰ ਨੇ ਹਰ ਇੱਕ ਕਮੀ ਨੂੰ ਦੂਰ ਕਰਨ ਦਾ ਯਤਨ ਕੀਤਾ ਔਰ ਦੂਰ ਕੀਤੀ। ਯਤਨ ਹੀ ਨਹੀਂ ਕੀਤਾ, ਮਹਾਰਾਜ ਨੇ ਜੀਵਨ 'ਚ ਜੋ ਕੋਈ ਕਾੜ ਸੀ, ਜੀਵਨ ਜਿਸ ਪੱਖੋਂ ਵੀ ਮਹਾਰਾਜ ਨੂੰ ਲੱਗ ਰਿਹਾ ਸੀ ਅਧੂਰਾ, ਹਰ ਇੱਕ ਸਿੱਖ ਦੇ ਜੀਵਨ ਨੂੰ ਪੂਰਾ ਕੀਤਾ। ਪੂਰਾ ਕਰਦਿਆਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ ਗਿਆ। ਜਦੋਂ ਦੇਖਿਆ ਵੀ ਸਿੱਖ ਦੇ ਜੀਵਨ ਵਿੱਚੋਂ ਬਹੁਤੀ ਗਿਣਤੀ ਐਸੀ ਹੋ ਗਈ ਜਿਨ੍ਹਾਂ ਦੇ ਜੀਵਨ ਵਿੱਚੋਂ ਮਨਮਤ, ਦੁਰਮਤ, ਅਨਮਤ ਜਿਹੜੀ ਪਾਸੇ ਹੋ ਗਈ, ਉਹ ਕੇਵਲ ਗੁਰਮਤ ਦੇ ਧਾਰਨੀ ਹੋ ਗਏ, ਉਹ ਸੱਚੇ ਗਿਆਨ ਦੇ ਧਾਰਨੀ ਹੋ ਗਏ, ਸੱਚ ਨੂੰ ਕਬੂਲ ਕਰ ਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਖਾਲਸਾ ਸਾਜਿਆ। ਮੈਂ ਇੱਕ ਬੇਨਤੀ ਕਰਾਂ, ਖਾਲਸਾ ਇੱਕ ਜੀਵਨ ਜਾਚ ਹੈ, ਖਾਲਸਾ ਇੱਕ ਅੰਦਰ ਦਾ ਕਿਰਦਾਰ ਹੈ। ਖਾਲਸਾ ਜਿਹੜਾ ਸਾਡੇ ਅੰਦਰ ਦਾ ਕਿਰਦਾਰ ਹੈ। ਆਪਾਂ ਜਦੋਂ ਕਹਿੰਦੇ ਨਾ ਖਾਲਸਾ, ਖਾਲਸਾ ਦਾ ਅਰਥ ਹੈ ਕਿ ਇੱਕ ਐਸਾ ਜੀਵਨ, ਐਸਾ ਕਿਰਦਾਰ ਜਿਸ ਜੀਵਨ ਦੇ ਵਿੱਚ ਕੋਈ ਖੋਟ ਨਾ ਹੋਵੇ। ਖਾਲਸਾ ਦਾ ਅਰਥ ਹੁੰਦਾ ਜਿਹਦੇ ਵਿੱਚ ਕੋਈ ਖੋਟ ਨਹੀਂ ਹੈ, ਕੋਈ ਮਿਲਾਵਟ ਨਹੀਂ ਹੈ। ਜਦੋਂ ਆਪਾਂ ਪੜ੍ਹਦੇ ਨਾ ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਕੋਈ ਖਾਲਸੇ ਦਾ ਅਰਥ ਹੈ ਜਿਸ ਦੇ ਅੰਦਰ ਕੋਈ ਮਿਲਾਵਟ ਨਹੀਂ ਹੈ, ਜਿਸ ਦੇ ਪ੍ਰਤੀ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਹੈ। ਅਸਲ ਵਿੱਚ ਜਦੋਂ ਵੀ ਸੰਸਾਰ ਦੇ ਵਿੱਚ ਸੱਚੀ ਮੁੱਚੀ ਦਾ ਰਾਜ ਹੋਏਗਾ ਨਾ, ਜਿਸ ਰਾਜ ਨੂੰ ਸਾਰੇ ਮੰਨਣਗੇ, ਉਹ ਕੋਈ ਵੀ ਧਰਮ ਕਰੇ ਭਾਵੇਂ,
पर खालस बंदे ही राज कर सकते हैं। गल याद रखना, जिन्हां च खोट है वो राज करते हैं पर हुक्मरान बन जाते हैं, अपना हुक्म तो चलाते हैं पर दुनिया उन्होंने हुक्म तो तंग रहिंदी है। पर जिस दे अंदर कोई खोट नहीं होएगी, सारिਆਂ ਨੂੰ नाल लैके चले, सारिਆਂ ਨੂੰ प्यार करे, सारिਆਂ ਦੇ दुख दर्द सुने। देखो खालसा राज किया महाराजा रणजीत सिंह ने। जदों समाज दे विच एक भी धार्मिक अस्थान नूं किते कोई अग नहीं लगी, एक भी बंदे नूं कोई फांसी नहीं लगी, एक भी बंदे नूं कोई सज़ा ना मिली, 49 साल के लगभग राज दे विच किते कोई घटना नहीं बढ़ती, एक भी घटना। ये बहुत वड्डी गल हुंदी है। 50 साल का किसी का राज हो, जिस राज विच कोई फांसी ना लगे, जिस राज विच किसी नूं कोई सज़ा ना दी जाए, राज प्रबंध इदां दा होवे कि सारे खुशहाल होण, सारिਆਂ ਦਾ दुख सुख सुनिया जाए। आकी का अर्थ हुंदा वैरी। असल विच साडी सब तो वड्डी कमजोरी ये है कि असी आप खालस नहीं हाँ, इस करके जिहड़ी खालस बिरती के लोगों को असीं वोटां भी नहीं पाते। साडे नगर इलाके विच ही कोई वधिया बंदा खड़ा हो जाए जिहड़ा खालस है, जिहड़ा पैसे ना वंडे, शराब ना वंडे, उन्होंने असीं वोटां नहीं पाते। ये साडी मजबूरियां ने। अज असीं वोटां ही उन्हां नूं पांदे ने जिहड़े कि शराब वंडदे ने, जिहड़े पैसे दिंदे ने, जिहड़े माड़े लोग हुंदे ने। चंगे बंदे नूं मैं खड़ा हो जावां, वोटां किसी ने नहीं पाणियां, तुसीं खड़े हो जाओ, वोटां किसी ने नहीं पाणियां। सच्ची दी गल है, क्योंकि मेरे कोल पैसा नहीं। इस करके जदों चंगे बंदे अगे होण ना, सानूं ये सोचना चाहिए भी जिहड़े वाकई बंदे समाज की सेवा करन वाले ने, जिहड़े बंदे जिहड़े जिन्हां च खोट नहीं है, जिहड़े करप्ट लोग नहीं है, उन्हां नूं आपां अगे लैके आईए। वो राज खालसा राज होया करदा है। महाराज कहंदे ने गुरु गोबिंद सिंह महाराज कि मैं सारिਆਂ ਨੂੰ खालसा बनावांगा जिस दे अंदर कोई खोट नहीं होएगी। गुरु गोबिंद सिंह महाराज ने खालसा साजिया। गुरु गोबिंद सिंह महाराज ने अपने समय के अंदर प्यार वाले 14 जंगा कीतियां, और ये सारियां जंगा वो ने जदों गुरु साहब जी के उत्ते फौजां चढ़ के आईयां। एक भी जंग ऐसी नहीं जिहड़ी गुरु साहब किते चढ़ के गए होण। जंग वैसे वो हुंदी भी किते उत्ते चढ़ाई करनी, गुरु साहब जी ने किते चढ़ाई कोई नहीं की। जिहड़ा चढ़ के आ गया उन्होंने सौदा जरूर ला दिता। गुरु साहब का सिद्धांत ही यह है भी किसी के उत्ते चढ़ के नहीं जाना, गरीब मार नहीं करनी। और गुरु साहब की जंगा देखो, जर जोरू जमीन लिए एक भी जंग नहीं। दुनिया का इतिहास पढ़ के वेख लो, जितने मर्जी ग्रंथ पए ने उन्हां दे विच जर जोरू जमीन की लड़ाइयाँ ने, पर गुरु गोबिंद सिंह महाराज की 14 जंगा जमीन की लड़ाई है, अणख की लड़ाई है, गैरत की लड़ाई है। मनुखता की जिहड़ी गैरत मर गई सी, अणख मर गई सी, उसनूं महाराज ने जगाया भी तुसीं अपने अणख अपने हक्कां वास्ते तां लड़ो। देखो ना, आपां अज कहंदे भी साडा देश अंग्रेज़ां तो आज़ाद हो गया, पर साडे देश वासियों नूं नहीं पता भी इस दे विच 92% के करीब सिखां दीयां कुर्बानियां ने। जे वो कुर्बानियां ना करदे देश कदी भी आज़ाद नहीं सी हो सकदा। क्यों? क्योंकि वो देश की लड़ाई लड़ रहे सन, मनुखता की लड़ाई। उन्होंने ये नहीं सी भी कुछ चाहिए सी, वो कहते नहीं असी साडी सारी मनुखता आज़ाद होनी चाहिए, साडे उत्ते दूजा दा हुक्म नहीं होना चाहिए। गुरु गोबिंद सिंह महाराज ने 14 जंगा कीतियां, कोई भी लड़ाई नहीं। गुरु गोबिंद सिंह महाराज ने अपना सारा सरबंस वारिया। पहला पिता वारिया, चांदनी चौक भेज दिता महाराज ने, शीशगंज साहब सादत हुई। उस तो बाद 1704 दे विच अनंदपुर साहब का किला छड्डिया, अपने घर नूं छड्डिया। वो भी उन्हां दिनां विच जिहड़े दिन अगे आउण वाले ने, जिथे कि अद्धी ठंड पैंदी है, बंदा कहंदा 2 महीने अपने घर बह जाइए, ठंड तो बाद देखांगे कोई काम भी करना होएगा। बड़ी सोच समझ के बंदा चलदा भी ठंड आ रही है कि सगों अपने कामां तो लोग परत के घरां विच आके बह जांदे। उन्हां दिनां विच सतगुरु जी ने अपना परिवार, अपना घर सब कुछ साडे वास्ते त्याग दिता। सरसा नदी दे विछोड़ा होया, परिवार 3 टुकड़ियां विच वंडिया गया। चमकौर साहब दे विच वड्डे साहिबजादे शहीद हो गए। उधर दूजे पासे गुरु साहब दे महल दिल्ली विच आ गए, ते छोटे साहिबजादे फतेहगढ़ साहब जाके महान शहादतां दिंदे ने। जिगरा चाहिए गुरसिखो इतना कुछ कुर्बान करन वास्ते। ते जदों ताड़ी मारी सी सतगुरां ने एक गल आखी सी, ताड़ी मार के जावांगा गड़ी विचों, एडा दुश्मन ना मैनू कमज़ोर समझे, कल दुनिया दे लोग आखण ना गुरु गोबिंद सिंह महाराज ने पुत होर ते सिख होर समझे। गुरु साहब जी ने अपने पुत भी उत्थे वार दिते, जिथे कि सिख ने शहादतां दित्तियां,
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਪੁੱਤਰਾਂ ਨੇ ਉੱਥੇ ਹੀ ਚਮਕੌਰ ਸਾਹਿਬ ਦੇ ਵਿੱਚ ਸ਼ਹਾਦਤ ਦਿੱਤੀ। ਜੇ ਮਹਾਰਾਜ ਨੂੰ ਕਿਹਾ ਜਿਵੇਂ ਸਿੱਖਾਂ ਨੇ ਵੀ ਮਹਾਰਾਜ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਲੈ ਕੇ ਚਲੇ ਜਾਓ ਤੁਸੀਂ, ਮਹਾਰਾਜ ਕਹਿੰਦੇ ਨਹੀਂ, ਤੁਸੀਂ ਕਿਹੜੇ ਪੁੱਤਰਾਂ ਦੀ ਗੱਲ ਕਰਦੇ ਹੋ? ਤੁਸੀਂ ਵੀ ਮੇਰੇ ਪੁੱਤਰ ਹੋ, ਇਹ ਵੀ ਮੇਰੇ ਪੁੱਤਰ ਨੇ, ਮੈਂ ਕੋਈ ਵੱਖਰਾ ਨਹੀਂ ਰੱਖਦਾ। ਔਰ ਮੈਂ ਗੁਰੂ ਸਾਹਿਬ ਸਮਝਦੇ ਵੀ ਨਹੀਂ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰੂ ਦਾ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਹੈ। ਸਾਡੇ ਵਿੱਚ ਹਮਦਰਦੀ ਗੁਰੂ ਪ੍ਰਤੀ ਹੋਵੇ ਨਾ ਹੋਵੇ, ਪਰ ਗੁਰੂ ਸਾਰਿਆਂ ਨੂੰ ਸਾਂਝਾ ਪਿਆਰ ਕਰਦਾ, ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ। ਉੱਥੇ ਫਿਰ ਗੁਰੂ ਸਾਹਿਬ ਜੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਪਾਵਨ ਬੀੜ ਦੁਬਾਰਾ ਲਿਖਾਈ। ਬਹੁਤ ਵੱਡਾ ਕਾਰਜ ਇਹ ਸੀ, ਇਹ ਕਾਰਜ ਕੀਤਾ ਸਤਿਗੁਰਾਂ ਨੇ। ਔਰ ਪਿਆਰ ਵਾਲੇ ਸੱਚ ਜਾਣਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਬੀੜ ਲੈ ਕੇ ਆਪ ਹਜ਼ੂਰ ਸਾਹਿਬ ਦੀ ਧਰਤੀ 'ਤੇ ਪਹੁੰਚੇ। ਮੈਂ ਇਤਿਹਾਸ ਦੇ ਕੁਝ ਪੱਖ ਇੱਥੇ ਰੱਖਣਾ ਚਾਹੁੰਦਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੁਲਾਕਾਤ ਬਹਾਦਰ ਸ਼ਾਹ ਜੋ ਔਰੰਗਜ਼ੇਬ ਦਾ ਪੁੱਤਰ ਸੀ, ਇਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਿਆ ਸੀ। ਇਹ ਗੱਲ ਯਾਦ ਰੱਖਣਾ, ਗੁਰੂ ਨਾਨਕ ਪਾਤਸ਼ਾਹ ਦਾ ਘਰ ਇਤਨਾ ਕੁ ਨਿਰਵੈਰ ਘਰ ਹੈ ਕਿ ਕਿਸੇ ਦੇ ਪਿਤਾ ਨੇ ਬੜੇ ਗੁਨਾਹ ਕੀਤੇ ਹੋਣ ਪਰ ਉਹਦਾ ਪੁੱਤਰ ਵੀ ਜੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਜਾਂਦਾ, ਉਹਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਜਾਂਦੇ। ਇਹ ਉਹ ਘਰ ਹੈ ਜਿਤਨੇ ਮਰਜ਼ੀ ਗੁਨਾਹ ਕੀਤੇ ਹੋਣ। ਮਹਾਰਾਜ ਦੀ ਸ਼ਰਨ 'ਚ ਆਇਆ, ਮਹਾਰਾਜ ਨੇ ਮਦਦ ਕੀਤੀ, ਬਹਾਦਰ ਸ਼ਾਹ ਗੱਦੀ 'ਤੇ ਬਹਿ ਗਿਆ। ਜਦੋਂ ਮਹਾਰਾਜ ਜੀ ਦੇ ਇਸ ਮਦਦ ਦੇ ਨਾਲ ਇਹ ਗੱਦੀ 'ਤੇ ਬੈਠਿਆ ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਆਗਰੇ ਦੀ ਧਰਤੀ 'ਤੇ ਮਹਾਰਾਜ ਨੂੰ ਸੱਦਿਆ ਵੀ ਸੱਚੇ ਪਾਤਸ਼ਾਹ ਬੇਨਤੀ ਹੈ। ਗੁਰੂ ਸਾਹਿਬ ਉਸ ਵੇਲੇ ਦਿੱਲੀ ਰੁਕੇ ਹੋਏ ਸਨ। ਜਿਹੜਾ ਸਥਾਨ ਹੈ ਦਮਦਮਾ ਸਾਹਿਬ, ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੇ ਬਿਲਕੁਲ ਲਾਗੇ ਹੀ ਗੁਰਦੁਆਰਾ ਹੈ, ਉੱਥੇ ਮਹਾਰਾਜ ਰੁਕੇ ਹੋਏ ਸਨ। ਉੱਥੋਂ ਮਹਾਰਾਜ ਜੀ ਫਿਰ ਆਗਰੇ ਜਾਂਦੇ ਨੇ। ਆਗਰੇ ਜਦੋਂ ਮੁਲਾਕਾਤ ਹੁੰਦੀ ਹੈ, ਇਹ ਖਬਰ ਵਜ਼ੀਰ ਖਾਨ ਨੂੰ ਮਿਲਦੀ ਹੈ ਕਿ ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੁਲਾਕਾਤ ਹੋਈ ਹੈ ਤੇ ਹੁਣ ਮੇਰੀ ਜਾਨ ਨਹੀਂ ਬਖਸ਼ੀ ਜਾਣੀ, ਕਿਉਂਕਿ ਮੈਂ ਬੇਰਹਿਮੀ ਨਾਲ ਛੋਟੇ ਸਾਹਿਬਜ਼ਾਦਾ ਨੂੰ ਸ਼ਹੀਦ ਕੀਤਾ ਹੈ। ਉੱਥੋਂ ਫਿਰ ਮਹਾਰਾਜ ਸਫ਼ਰ ਕਰਦੇ ਨੇ ਹਜ਼ੂਰ ਸਾਹਿਬ ਤੱਕ ਦਾ। ਉੱਥੇ ਜਾ ਕੇ ਫਿਰ ਵਜ਼ੀਰ ਖਾਨ ਦੋ ਪਠਾਨ ਨਿਯਤ ਕਰ ਦਿੰਦਾ ਹੈ ਵੀ ਜਿੱਥੇ ਵੀ ਮੌਕਾ ਮਿਲਦਾ ਗੁਰੂ ਸਾਹਿਬ ਜੀ ਨੂੰ ਕਤਲ ਕਰ ਦਿਓ। ਇਹ ਦੋ ਪਠਾਨ ਸਫ਼ਰ ਕਰਦੇ ਕਰਦੇ ਨਾਂਦੇੜ ਤੱਕ ਪਹੁੰਚ ਜਾਂਦੇ ਨੇ। ਉੱਥੇ ਜਾ ਕੇ ਕੁਛ ਦਿਨ ਗੁਰੂ ਸਾਹਿਬ ਦੀ ਸੰਗਤ ਵਿੱਚ ਜਾ ਕੇ ਬਹਿੰਦੇ ਹਨ। ਭਾਵੇਂ ਸਿੱਖ ਕਹਿੰਦੇ ਸਨ ਮਹਾਰਾਜ ਓਪਰੇ ਹਨ, ਪਰ ਗੁਰੂ ਵਾਸਤੇ ਸੰਗਤ 'ਚ ਕੋਈ ਆ ਗਿਆ ਨਾ, ਕੋਈ ਓਪਰਾ ਨਹੀਂ। ਇੱਥੇ ਮੌਕਾ ਦੇਖ ਕੇ ਕੁਛ ਦਿਨ ਉੱਥੇ ਉਹਨਾਂ ਨੇ ਮੌਕਾ ਵੇਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿਰਾਸ ਸਾਹਿਬ ਦਾ ਪਾਠ ਕਰਕੇ ਆਪਣੇ ਤੰਬੂ ਵਿੱਚ ਚਲੇ ਗਏ ਅਤੇ ਉਹਨਾਂ ਪਠਾਨਾਂ ਨੇ ਦੇ ਵਿੱਚੋਂ ਇੱਕ ਬਾਹਰ ਖੜ੍ਹ ਗਿਆ ਅਤੇ ਦੂਜੇ ਨੇ ਜਾ ਕੇ ਮਹਾਰਾਜ ਦੇ ਉੱਤੇ ਵਿਸਰਾਮ ਕਰ ਰਹੇ ਸਨ, ਹਮਲਾ ਕਰ ਦਿੱਤਾ। ਗੁਰੂ ਸਾਹਿਬ ਜੀ ਨੂੰ ਡੂੰਘੇ ਫੱਟ ਵੱਜੇ। ਗੁਰੂ ਸਾਹਿਬ ਦੂਜਾ ਵਾਰ ਕਰਨ ਲੱਗਿਆ ਸੀ ਤਾਂ ਗੁਰੂ ਸਾਹਿਬ ਨੇ ਕਿਰਪਾਨ ਉਠਾ ਕੇ ਉਹਨੂੰ ਝਟਕ ਦਿੱਤਾ। ਜਿਵੇਂ ਪਠਾਨ ਦੀ ਹਾਏ ਨਿਕਲੀ ਅਤੇ ਦੂਜਾ ਪਠਾਨ ਜਿਹੜਾ ਬਾਹਰ ਖਲੋਤਾ ਹੋਇਆ ਸੀ, ਪਿਆਰ ਵੱਲੋਂ ਸੱਚ ਜਾਣਨਾ, ਉਹ ਜਿਹੜਾ ਪਠਾਨ ਹੈ ਉਹ ਦੌੜ ਜਾਂਦਾ ਹੈ। ਦੌੜਨ ਲੱਗਦਾ, ਜਿਹੜੇ ਸਿੱਖ ਪੈਰੇ 'ਤੇ ਸਨ ਉਹ ਫੜ ਲੈਂਦੇ ਨੇ। ਸਾਰੀ ਗੱਲਬਾਤ ਹੁੰਦੀ, ਉਹ ਦੱਸਦਾ ਹੈ ਕਿ ਵਜ਼ੀਰ ਖਾਨ ਨੇ ਸਾਨੂੰ ਭੇਜਿਆ ਸੀ ਗੁਰੂ ਸਾਹਿਬ ਨੂੰ ਕਤਲ ਕਰਨ ਵਾਸਤੇ ਅਤੇ ਅਸੀਂ ਆਪਣਾ ਕੰਮ ਕਰ ਦਿੱਤਾ। ਮੇਰੇ ਸਾਥੀ ਨੇ ਗੁਰੂ ਸਾਹਿਬ ਦੇ ਉੱਤੇ ਵਾਰ ਕਰ ਦਿੱਤਾ। ਸਿੱਖ ਅੰਦਰ ਜਾਂਦੇ ਨੇ, ਗੁਰੂ ਗੋਬਿੰਦ ਲਹੂ ਲੁਹਾਨ ਪਏ ਨੇ, ਸਾਰਾ ਸਰੀਰ ਖੂਨ ਵਗ ਰਿਹਾ ਕਿਉਂਕਿ ਛੁਰੇ ਨਾਲ ਵਾਰ ਕੀਤਾ ਸੀ। ਪਿਆਰ ਵੱਲੋਂ ਸੱਚ ਜਾਣਨਾ, ਉੱਥੇ ਫਿਰ ਜੋ ਜ਼ਖਮ ਉਹਨਾਂ ਦੌਰਾਨ ਇੱਕ ਅੰਗਰੇਜ਼ ਉੱਥੇ ਰਹਿੰਦਾ ਸੀ ਜਿਹੜਾ ਵੈਦਗਿਰੀ ਕਰਦਾ ਸੀ, ਉਹ ਮਹਾਰਾਜ ਦੇ ਆ ਕੇ ਉਹ ਜ਼ਖਮ ਸਿਲ ਦਿੰਦਾ ਹੈ। ਕੁਝ ਦਿਨ ਉਹ ਜ਼ਖਮ ਭਰਨੇ ਸ਼ੁਰੂ ਹੋ ਜਾਂਦੇ ਨੇ। ਗੁਰੂ ਸਾਹਿਬ ਕਮਾਨ ਦੇ ਉੱਤੇ ਚਿੱਲਾ ਚਾੜਦੇ ਨੇ। ਜਿਵੇਂ ਹੀ ਕਮਾਨ 'ਤੇ ਚਿੱਲਾ ਚਾੜਦੇ, ਉਹ ਜ਼ਖਮ ਫਿਰ ਖੁੱਲ੍ਹ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਹੁਣ ਅਸੀਂ ਜਾਣਾ, ਅਸੀਂ ਤਿਆਰੀ ਕਰ ਲਈ ਜਾਣ ਦੀ। ਉਸ ਵੇਲੇ ਸਿੱਖ ਬੜੇ ਵਿਆਕੁਲ ਹੋ ਜਾਂਦੇ ਨੇ, ਮਹਾਰਾਜ ਤੁਸੀਂ ਕਿੱਥੇ ਚਲੇ ਜਾਣਾ? ਕਹਿੰਦੇ ਸਾਡਾ ਸਮਾਂ ਪੂਰਾ ਹੋ ਗਿਆ। ਸਵੇਰ ਹੋਈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪੀ, ਮੱਥਾ ਟੇਕਿਆ, 3 ਪਰਿਕਰਮਾ ਕੀਤੀਆਂ ਔਰ ਹੁਕਮ ਕੀਤਾ, ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਵੀ ਅੱਜ ਤੋਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਸਾਰਿਆਂ ਨੂੰ ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ। ਇਸ ਤਰ੍ਹਾਂ ਸਿੱਖਾਂ ਨੇ ਫਿਰ ਜਦੋਂ ਮਹਾਰਾਜ ਕਹਿਣ ਲੱਗੇ ਅਸੀਂ ਹੁਣ ਚਲੇ ਜਾਣਾ ਹੈ, ਅਤੇ ਸਿੱਖ ਪਿਆਰ ਵਾਲੇ ਬੜੇ ਵਿਆਕੁਲ ਸਨ ਵੀ ਮਹਾਰਾਜ ਨੇ ਹੁਣ ਚਲੇ ਜਾਣਾ ਹੈ। ਮਹਾਰਾਜ ਕਹਿੰਦੇ ਸਿੱਖ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ? ਇਹ ਤੇਰੀ ਸੰਗਤ, ਇਸ ਦਾ ਕੀ ਬਣੇਗਾ? ਮਹਾਰਾਜ ਤੁਸੀਂ ਸਰੀਰ ਕਰਕੇ ਚਲੇ ਜਾਣਾ, ਇਸ ਸੰਗਤ ਦਾ ਕੀ ਬਣੇਗਾ? ਸਿੱਖ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ? ਮਹਾਰਾਜ ਕਹਿੰਦੇ ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ,
ਅਕਾਲ ਪੁਰਖ ਦੇ ਲੜ ਲੱਗੇ ਰਹਿਣਾ, ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਰਹਿਣਾ। ਤੁਹਾਨੂੰ ਕਦੀ ਤੱਤੀ ਵਾਰ ਨਹੀਂ ਲੱਗੇਗੀ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਧਰਤੀ 'ਤੇ ਜੋਤੀ ਜੋਤ ਸਮਾ ਜਾਂਦੇ ਨੇ। ਅੱਜ ਦੇ ਦਿਨ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਇਹ ਗੱਲ ਕਹਿ ਕੇ ਕਿ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਅੱਜ ਤੋਂ ਜੇ ਮੇਰੀ ਆਤਮਾ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਣਗੇ, ਮੇਰੇ ਸਰੀਰ ਸਰੂਪ ਦੇ ਦਰਸ਼ਨ ਕਰਨੇ ਨੇ ਤੇ ਇਸ ਖਾਲਸਾ ਪੰਥ ਵਿੱਚੋਂ ਹੋਣਗੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਜਾਂਦੇ ਨੇ। ਫਿਰ ਸਤਿਗੁਰੂ ਜੀ ਦਾ ਹਜ਼ੂਰ ਸਾਹਿਬ ਦੀ ਧਰਤੀ 'ਤੇ ਸੰਸਕਾਰ ਕੀਤਾ ਜਾਂਦਾ ਹੈ। ਸੋ ਅੱਜ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਯਤਨ ਕੀਤਾ ਹੈ ਕਿ ਉਹਨਾਂ ਨੇ ਇਤਨੀਆਂ ਵੱਡੀਆਂ ਸਾਨੂੰ ਦਾਤਾਂ ਦਿੱਤੀਆਂ, ਸਾਡਾ ਸਮਾਜ ਦਾ, ਸੰਸਾਰ ਦਾ, ਇਸ ਦੇਸ਼ ਦਾ ਭਲਾ ਕੀਤਾ। ਇੱਕ ਵਿਦਵਾਨ ਕਹਿੰਦਾ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੋਤੀ ਸਭ ਕੀ। ਸਾਰੇ ਇੱਥੇ ਸੁੰਨੀ ਮੁਸਲਮਾਨ ਹੁੰਦੇ, ਕੋਈ ਹਿੰਦੂ ਨਹੀਂ ਸੀ ਹੋਣਾ, ਕੋਈ ਦੂਜਾ ਧਰਮ ਨਹੀਂ ਸੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਹੈ। क्या दशमेश पिता तेरी तारीफ करूं जो तूने परोपकार किए। क्या दशमेश पिता तेरी तारीफ करूं जो तूने परोपकार किए। एक खालसा, एक खालसा पंथ साज, जातों के भेद निकाल दिए। मुड़ तेग के बेटे तेग पकड़ के दुखियों के काट जंजाल दिए। सतगुਰਾਂ ने दुखियां दे जंजाल ही ਕੱਢ ਦਿੱਤੇ। ਇਹ ਆਜ਼ਾਦੀ ਜੇ ਅਸੀਂ ਮਨਾ ਰਹੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਹੈ। ਇਸ ਕਰਕੇ ਹਮੇਸ਼ਾ ਉਹਨਾਂ ਦੇ ਸ਼ੁਕਰਗੁਜ਼ਾਰ, ਉਹਨਾਂ ਦੇ ਧੰਨਵਾਦੀ, ਇਸ ਦੇਸ਼ ਦੇ ਹਰ ਇੱਕ ਵਾਸੀ ਨੂੰ ਰੋਮ ਰੋਮ ਤੋਂ ਮਹਾਰਾਜ ਦਾ ਸ਼ੁਕਰ ਕਰਨਾ ਚਾਹੀਦਾ ਹੈ ਵੀ ਮਹਾਰਾਜ ਤੁਹਾਡੇ ਕਰਕੇ ਅਸੀਂ ਇਹ ਆਜ਼ਾਦੀ ਮਾਣ ਰਹੇ ਹਾਂ। ਤੁਸੀਂ ਕਿਰਪਾ ਕੀਤੀ ਹੈ, ਇਹ ਸਭ ਕੁਝ ਤੁਸੀਂ ਸਾਡੀ ਝੋਲੀ 'ਚ ਪਾਇਆ। ਇਸ ਕਰਕੇ ਹਮੇਸ਼ਾ ਉਹਨਾਂ ਦੇ ਅਹਿਸਾਨਬੰਦ ਰਹੀਏ, ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੀਏ, ਤਾਂ ਸਾਡਾ ਸਾਰਿਆਂ ਦਾ ਜੀਵਨ ਸਫਲਾ ਹੋਏਗਾ। ਅੱਜ ਉਹਨਾਂ ਦੇ ਜੋਤੀ ਜੋਤ ਸਮਾਉਣ 'ਤੇ ਇਤਨੀਆਂ ਬੇਨਤੀਆਂ ਦਾਸ ਵੱਲੋਂ ਜੋ ਕੀਤੀਆਂ ਗਈਆਂ ਪ੍ਰਵਾਨ ਕਰ ਲੈਣੀਆਂ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾ ਜਾਣਾ। ਗੁਰੂ ਕਾ ਇਤਿਹਾਸ, ਗੁਰੂ ਕੇ ਬਚਨ ਹਿਰਦੇ ਵਿੱਚ ਵਸਾ ਕੇ ਕੌਮ ਪੰਥ ਦੀ ਚੜ੍ਹਦੀ ਕਲਾ ਲਈ ਅਤੇ ਦਾਸ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੇ ਅਰਦਾਸ ਕਰਨੀ। ਆਪ ਜੀਆਂ ਦੀ ਚੜ੍ਹਦੀ ਕਲਾ ਲਈ ਦਾਸ ਵੱਲੋਂ ਅਰਦਾਸ ਹੈ। ਫਤਿਹ ਦੀ ਸਾਂਝ ਕਰੋ ਪਿਆਰ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਸਮੇਂ ਲਈ ਭਾਈ ਗੁਰਿੰਦਰ ਸਿੰਘ ਜੀ ਦਿੱਲੀ ਵਾਲੇ ਉਹ ਕੀਰਤਨ ਰਾਹੀਂ ਆਪ ਸੰਗਤਾਂ ਨਿਹਾਲ ਕਰਨਗੇ। ਪਿਆਰ ਨਾਲ ਉਹਨਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।